ਸੁਨੀਲ ਜਾਖੜ ਸਾਹਿਬ ਪੂਰਾ ਪਰਿਵਾਰ ਲੰਮਾ ਸਮਾਂ ਕਾਂਗਰਸ ਪਾਰਟੀ ਦੇ ਵਿੱਚ ਰਹੇ ਨੇ। ਉਹਨਾਂ ਦੀ ਦੋ ਤਿੰਨ ਸਟੇਟਮੈਂਟ ਆਈਆਂ ਨੇ, ਮੈਨੂੰ ਲੱਗਦਾ ਤੁਹਾਨੂੰ ਨਿੱਜੀ ਤੌਰ ਤੇ ਕਾਫੀ ਦਰਦ ਮਹਿਸੂਸ ਹੋਇਆ। ਐਕਚੁਅਲੀ ਨਿੱਜੀ ਤੌਰ ਤੇ ਮੈਂ ਉਹਨਾਂ ਦੀ ਮਦਦ ਬੜੀ ਕੀਤੀ ਸੀ। ਜਦੋਂ ਮੁੱਖ ਮੰਤਰੀ ਦੀ ਗੱਲ ਆਈ, ਵੋਟਿੰਗ ਦੀ ਗੱਲ ਆਈ ਤੇ ਮੈਂ ਇਹਨਾਂ ਨੂੰ ਵੋਟ ਪਾਈ। ਸਪੋਜ਼ 3 ਮਹੀਨੇ ਵਾਸਤੇ ਮੁੱਖ ਮੰਤਰੀ ਨਹੀਂ ਵੀ ਬਣ ਸਕੇ, ਕਿਸੇ ਨੇ ਗੱਲ ਕਰਤੀ ਤੇ ਫਿਰ ਆਪਾਂ ਨੂੰ ਇੰਨੀ ਰੌਲਾ ਨਹੀਂ ਪਾਉਣਾ ਚਾਹੀਦਾ। ਚਲੋ ਜੀ, ਫਿਰ ਵੀ ਤੁਸੀਂ ਬੀਜੇਪੀ ਚਲੇ ਗਏ ਹੋ, ਤੁਸੀਂ ਬੀਜੇਪੀ ਜਿੰਦਾਬਾਦ ਕਹੋ, ਕਾਂਗਰਸ ਨੂੰ ਮੁਰਦਾਬਾਦ ਕਿਉਂ ਕਹਿੰਦੇ ਹੋ? ਅੱਜ ਉਸ ਪਾਰਟੀ ਨੂੰ ਗਾਲਾਂ ਦੇ ਰਹੇ ਨੇ ਜਿਹੜੀ ਪਾਰਟੀ ਨੇ ਸਭ ਕੁਝ ਇਹਨਾਂ ਨੂੰ ਦਿੱਤਾ। ਮੈਨੂੰ ਇਹ ਦੱਸ ਦਿਓ ਵੀ ਤੁਹਾਨੂੰ ਕਿਹਨੇ ਦੱਸਦੀ ਆ, ਕਿਹੜੇ ਜੋਤਸ਼ੀ ਨੇ ਦੱਸਿਆ ਹੈ ਕਿ ਬੀਜੇਪੀ ਦਾ ਭਵਿੱਖ 24 ਵਿੱਚ ਹੈਗਾ ਪੰਜਾਬ ਦੇ ਵਿੱਚ? ਤੁਹਾਡਾ ਭਵਿੱਖ ਤੇ ਜਾਖੜ ਸਾਹਿਬ ਨੇ ਦੱਸਦਾ, ਤੁਹਾਡੀਆਂ ਨਜ਼ਰ 'ਚ ਅਕਾਲੀ ਦਲ ਦਾ ਭਵਿੱਖ ਕੀ ਹੈ? ਜਾਖੜ ਸਾਹਿਬ ਕੋਈ ਜੋਤਸ਼ੀ ਨਹੀਂ ਕਿ ਉਹਨਾਂ ਨੂੰ ਭਵਿੱਖ ਦੱਸਦਾ ਹੈ। ਉਹਨਾਂ ਨੂੰ ਆਪਣੇ ਭਵਿੱਖ ਦਾ ਨਹੀਂ ਪਤਾ। ਐਸੀਆਂ ਆਧਾਰਹੀਨ ਪਾਰਟੀਆਂ ਵਿੱਚ ਜਾ ਕੇ ਜਾਖੜ ਸਾਹਿਬ ਤੁਸੀਂ ਵੀ ਆਧਾਰਹੀਨ ਹੋ ਜਾਣਾ। ਤੁਸੀਂ ਆਧਾਰ ਲੈ ਕੇ ਗਏ ਹੋ ਪਰ ਤੁਸੀਂ ਆਧਾਰਹੀਨ ਹੋ ਜਾਣਾ ਹੈ। ਕਹਿ ਰਹੇ ਕਾਂਗਰਸੀ ਤੇ ਲੰਮੀਆਂ ਲਾਈਨਾਂ ਲੱਗੀਆਂ ਹੈਗੇ ਨੇ। ਭਗਵੰਤ ਮਾਨ ਵੀ ਕਹਿੰਦੇ ਹੈਗੇ ਕਿ ਬੀਜੇਪੀ 'ਚ ਭਾਵੇਂ ਚਲੇ ਜਾਣਾ, ਜਿਨ੍ਹਾਂ ਨੇ ਕਰਪਸ਼ਨ ਕੀਤੀ ਫੜ ਲਿਆਉਣੇ ਜੀ। ਜਿਸ ਦਿਨ ਸਾਧੂ ਸਿੰਘ ਧਰਮਸੋਤ ਜੀ ਨੂੰ ਫੜਿਆ ਹੈ, ਉਹ ਕਹਿੰਦੇ 3 ਵਜੇ ਅਸੀਂ ਤਾਂ ਫੜਿਆ ਹੈ ਕਿ 4 ਵਜੇ ਉਹਨਾਂ ਨੇ ਬੀਜੇਪੀ ਸ਼ਾਮਲ ਹੋ ਜਾਣਾ ਸੀਗਾ। ਤੇ ਬੀਜੇਪੀ ਤੋਂ ਮਾਨ ਸਾਹਿਬ ਡਰ ਇੰਨਾ ਕਿਉਂ ਲੱਗਦਾ ਹੈ? ਜਿਸ ਤਰੀਕੇ ਦੇ ਨਾਲ ਕੇਜਰੀਵਾਲ ਸਾਹਿਬ ਉਹਨਾਂ ਨੂੰ ਚਲਾਉਣਾ ਚਾਹੁੰਦੇ ਆ, ਇਹ ਪੰਜਾਬੀਆਂ ਨੂੰ ਪਸੰਦ ਨਹੀਂਗਾ। ਇਹਨਾਂ ਨੇ 2 ਵੱਡੀਆਂ ਗਲਤੀਆਂ ਕੀਤੀਆਂ। ਇੱਕ ਤਾਂ ਰਾਘਵ ਚੱਡੇ ਨੂੰ ਸਿਰ ਤੇ ਬਿਠਾਤਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਹਿੰਮਤ ਨਹੀਂ ਜਾਂ ਉਹਨਾਂ ਦੇ ਵਿੱਚ ਇੰਨੀ ਤਾਕਤ ਨਹੀਂ ਕਿ ਇਸ ਏਜੀ ਨੂੰ ਹਟਾ ਦੇਣ। ਮੈਂ ਵੇਖਿਆ ਜਿਸ ਦਿਨ ਪਹਿਲੇ ਦਿਨ ਉਹ ਦਿੱਲੀ ਗਏ ਨੇ, ਉਹਨਾਂ ਨੂੰ ਏਜੀ ਦਾ ਨਾਮ ਨਹੀਂ ਸੀ ਪਤਾ। ਪਰ ਕੋਈ ਐਸਐਮਓ ਤੇ ਨਹੀਂ ਬਣ ਸਕਦਾ ਅਨਪੜ੍ਹ ਬੰਦਾ, ਕੋਈ ਵੀਸੀ ਤੇ ਨਹੀਂ ਬਣ ਸਕਦਾ ਅਨਪੜ੍ਹ ਬੰਦਾ। ਪਰ ਜੇ ਅਸੀਂ ਬਣ ਗਏ ਆ ਸੰਵਿਧਾਨ ਦਾ ਉਹ ਫਾਇਦਾ ਉਠਾ ਕੇ, ਸਾਨੂੰ ਬੇਇੱਜ਼ਤੀ ਕਰਨ ਦਾ ਕੀ ਅਧਿਕਾਰ ਆ ਕਿਸੇ ਦਾ? ਜਿਹਨੇ 15,000 ਸਰਜਰੀਆਂ ਕੀਤੀਆਂ, ਹੁਣ ਅਸੀਂ ਉਹਦੀ ਬੇਇੱਜ਼ਤੀ ਕਰੀਏ ਜਾ ਕੇ ਫੜ ਕੇ? ਉੱਥੇ ਗੱਦਿਆਂ ਵਾਸਤੇ ਉਹ ਜ਼ਿੰਮੇਵਾਰ ਹੈ, ਵਾਰਡ ਅਟੈਂਡੈਂਟ ਜ਼ਿੰਮੇਵਾਰ ਹੋ ਸਕਦਾ ਹੈ, ਹਾਊਸਕੀਪਿੰਗ ਦਾ ਅਫਸਰ ਉੱਥੇ ਜ਼ਿੰਮੇਵਾਰ ਹੋ ਸਕਦਾ ਹੈ। ਸਾਨੂੰ ਕਹਿੰਦੇ ਹੁੰਦੇ ਸੀਗੇ, ਕਹਿੰਦੇ ਤੁਸੀਂ ਡੱਬਾ ਰੰਗ ਦਾ ਮਾਰ ਕੇ ਤੇ ਸਕੂਲ ਸਮਾਰਟ ਸਕੂਲ ਬਣਾ ਦਿੰਦੇ ਆ। ਇਹ ਸੇਵਾ ਕੇਂਦਰਾਂ ਨੂੰ ਡੱਬਾ ਮਾਰ ਕੇ ਤੇ ਮਹੱਲਾ ਕਲੀਨਿਕ ਬਣਾਈ ਜਾਂਦੇ। ਮਹੱਲਾ ਕਲੀਨਿਕ ਕੀ ਹੈ? ਤੁਸੀਂ ਦੇਖ ਰਹੇ ਹੋ ABC ਪੰਜਾਬ, ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ। ਸਾਡੇ ਨਾਲ ਨੇ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਗਿੱਲ ਸਾਹਿਬ, ਸੁਨੀਲ ਜਾਖੜ ਸਾਹਿਬ ਪੂਰਾ ਪਰਿਵਾਰ ਲੰਮਾ ਸਮਾਂ ਕਾਂਗਰਸ ਪਾਰਟੀ ਦੇ ਵਿੱਚ ਰਹੇ ਨੇ। ਉਹਨਾਂ ਦੀ 2-3 ਸਟੇਟਮੈਂਟ ਆਈਆਂ ਨੇ, ਉਹ ਕਾਫੀ ਤੁਹਾਨੂੰ ਅਸਹਿ ਲੱਗੀਆਂ ਹੈਗੀਆਂ। ਉਹ ਕਹਿੰਦੇ ਕਿ ਕਾਂਗਰਸ ਅਕਾਲੀ ਦਲ ਦਾ ਪਤਾ ਨਹੀਂ, ਕਾਂਗਰਸ ਖੇਰੂ ਹੋ ਗਈ ਨੇ। ਮੈਨੂੰ ਲੱਗਦਾ ਤੁਹਾਨੂੰ ਨਿੱਜੀ ਤੌਰ ਤੇ ਕਾਫੀ ਦਰਦ ਮਹਿਸੂਸ ਹੋਇਆ। ਐਕਚੁਅਲੀ ਨਿੱਜੀ ਤੌਰ ਤੇ ਮੈਂ ਉਹਨਾਂ ਦੀ ਮਦਦ ਬੜੀ ਕੀਤੀ ਸੀ। ਮੈਂ ਉਹਨਾਂ ਨੂੰ ਟੋਲੈਸਟ ਲੀਡਰ ਸਮਝਦਾ ਸੀ ਕਾਂਗਰਸ ਦਾ। ਮੈਂ ਜਦੋਂ ਬਲਰਾਮ ਜਾਖੜ ਜੀ ਦਾ ਪਿਛੋਕੜ ਵੇਖਦਾ ਸੀ ਤੇ ਮੈਨੂੰ ਮਾਣ ਮਹਿਸੂਸ ਹੁੰਦਾ ਸੀ ਕਿ ਏਡੇ ਵੱਡੇ ਔਰ ਬੜੀਆਂ ਅੱਛੀਆਂ ਗੱਲਾਂ ਇਹ ਕਰਦੇ ਸੀਗੇ। ਤੇ ਜਦੋਂ ਮੁੱਖ ਮੰਤਰੀ ਦੀ ਗੱਲ ਆਈ, ਵੋਟਿੰਗ ਦੀ ਗੱਲ ਆਈ ਤੇ ਮੈਂ ਇਹਨਾਂ ਨੂੰ ਵੋਟ ਪਾਈ। ਤੇ ਮੈਨੂੰ ਜਦੋਂ ਬਾਰ-ਬਾਰ ਚਲੋ ਬੀਜੇਪੀ 'ਚ ਵੀ ਕਿਸੇ ਇਸ਼ੂ ਚਲੇ ਗਏ, ਮੈਂ ਤਾਂ ਕਹਿੰਦਾ ਕਿ ਕਾਂਗਰਸ ਨੇ 3 ਵਾਰੀ MLA ਬਣਾਇਆ, ਕਾਂਗਰਸ ਨੇ ਮੈਂਬਰ ਪਾਰਲੀਮੈਂਟ ਬਣਾਇਆ, ਕਾਂਗਰਸ ਨੇ PPCC ਪ੍ਰਧਾਨ ਬਣਾਇਆ। ਜੇ ਸਪੋਜ਼ 3 ਮਹੀਨੇ ਵਾਸਤੇ ਮੁੱਖ ਮੰਤਰੀ ਨਹੀਂ ਵੀ ਬਣ ਸਕੇ, ਕਿਸੇ ਨੇ ਗੱਲ ਕਰਤੀ ਤੇ ਫਿਰ ਆਪਾਂ ਨੂੰ ਇੰਨੀ ਰੌਲਾ ਨਹੀਂ ਪਾਉਣਾ ਚਾਹੀਦਾ। ਚਲੋ ਜੇ ਪਾ ਲਿਆ ਹੈ, ਮੈਂ ਸਮਝਦਾ ਕਿ ਜੇ ਕਹਿੰਦੇ ਵੀ ਮੈਨੂੰ ਕਾਰਨ ਦੱਸੋ, ਨੋਟਿਸ ਜਾਰੀ ਕੀਤਾ ਹੈ, ਉਹ ਨੋਟਿਸ ਦਾ ਪੋਲਾਈਟਲੀ ਜਵਾਬ ਦਿੱਤਾ ਜਾ ਸਕਦਾ ਸੀ। ਅਸੀਂ ਜੇ ਕੋਈ ਸਾਡੇ ਮੂੰਹ 'ਚੋਂ ਗੱਲ ਨਿਕਲੀ ਹੈ, ਅਸੀਂ ਵਾਰਾਣਸੀ ਤੱਕ ਤੁਰ ਕੇ ਗਏ ਹਾਂ, ਉੱਥੇ ਮੰਦਿਰ ਵਿੱਚ ਜਾ ਕੇ ਪਛਚਾਤਾਪ ਕੀਤਾ ਹੈ। ਤੇ ਜੇ ਕਾਂਗਰਸ ਪਾਰਟੀ ਜੀ ਨੇ ਇੰਨਾ ਵੱਡਾ ਕੁਝ ਦਿੱਤਾ ਹੈ ਤੇ ਉੱਥੇ ਆਪਾਂ ਨੂੰ ਟੋਲਰੇਟ ਕਰਨਾ ਚਾਹੀਦਾ, ਥੋੜ੍ਹਾ ਬਰਦਾਸ਼ਤ ਕਰਨਾ ਚਾਹੀਦਾ ਸੀ। ਚਲੋ ਜੀ, ਫਿਰ ਵੀ ਤੁਸੀਂ ਬੀਜੇਪੀ ਚਲੇ ਗਏ ਹੋ, ਤੁਸੀਂ ਬੀਜੇਪੀ ਜਿੰਦਾਬਾਦ ਕਹੋ, ਕਾਂਗਰਸ ਨੂੰ ਮੁਰਦਾਬਾਦ ਕਿਉਂ ਕਹਿੰਦੇ ਹੋ? ਜਿੰਨੀ ਵਾਰੀ ਮਰਜ਼ੀ ਕਹੋ। ਮੈਂ ਤਾਂ ਇੱਕ ਫਿਲਮ ਵੇਖੀ ਸੀ, ਉਹ ਜਿਹੜੀ ਸਨੀ ਦਿਓਲ ਵਾਲੀ ਗਦਰ ਫਿਲਮ ਸੀ। ਉਹ ਜਦੋਂ ਅਮਰੀਸ਼ ਪੁਰੀ ਕਹਿੰਦਾ ਪਾਕਿਸਤਾਨ ਜਿੰਦਾਬਾਦ ਜਿੰਦਾਬਾਦ ਕਹਿ ਦੇਣਾ, ਕਹਿੰਦਾ ਹਿੰਦੁਸਤਾਨ ਮੁਰਦਾਬਾਦ, ਕਹਿੰਦਾ ਮੈਂ ਕੋ ਕਹਾਂ ਹਿੰਦੁਸਤਾਨ ਵੀ ਜਿੰਦਾਬਾਦ, ਪਾਕਿਸਤਾਨ ਵੀ ਜਿੰਦਾਬਾਦ। ਮਤਲਬ ਕਿ ਅਸੀਂ ਕਹਿੰਦੇ ਆ ਕਿ ਤੁਸੀਂ ਜਿੰਨੇ ਮਰਜ਼ੀ ਸੋਲੇ ਬੀਜੇਪੀ ਦੇ ਗਾਓ। ਪਰ ਜਾਖੜ ਸਾਹਿਬ ਤੁਹਾਡੇ ਮੂੰਹ ਨਹੀਂ ਫੱਬਦਾ। ਤੁਸੀਂ ਲੰਮਾ ਸਮਾਂ ਕਾਂਗਰਸ ਦੀ ਪ੍ਰੇਜ਼ ਕੀਤੀ ਹੈ ਔਰ ਤੁਹਾਡੇ ਫਾਦਰ ਸਾਹਿਬ ਕਰਕੇ ਹੀ ਤੁਹਾਨੂੰ ਸਤਿਕਾਰ। ਔਰ ਮੈਂ ਇੱਕ ਬੇਨਤੀ ਕਰਾਂ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਜਦੋਂ ਵੀ ਗੱਲ ਸੁਨੀਲ ਜਾਖੜ ਨਾਲ ਕਰਦੀ ਸੀ ਨਾ, ਉਹਨਾਂ ਦੇ ਪਿੱਛੇ ਬਲਰਾਮ ਜਾਖੜ ਜੀ ਦਾ ਬਹੁਤ ਵੱਡਾ ਕੱਦ ਖਲੋਤਾ ਹੁੰਦਾ ਸੀ, ਉਹਨਾਂ ਦਾ ਸਤਿਕਾਰ ਕਰਦੇ ਸੀ। ਅੱਜ ਤੁਸੀਂ ਬੀਜੇਪੀ ਵਿੱਚ ਗਏ ਹੋ ਔਰ ਉੱਥੇ ਜਦੋਂ ਗੱਲ ਉਹਨਾਂ ਨੇ ਬਲਰਾਮ ਜਾਖੜ ਦੀ ਗੱਲ ਨਹੀਂ ਕਰਨੀ। ਜਾਖੜ ਸਾਹਿਬ ਤੁਹਾਡੀ ਗੱਲ ਜ਼ਰੂਰ ਕਰਨਗੇ, ਪਤਾ ਨਹੀਂ ਤੁਹਾਨੂੰ ਕੋਈ ਰੁਤਬਾ ਮਿਲਦਾ ਹੈ ਕਿ ਨਹੀਂ ਮਿਲਦਾ। ਤੁਸੀਂ ਕਹਿੰਦੇ ਹੋ ਕਾਂਗਰਸ ਦਾ ਭਵਿੱਖ 24 ਵਿੱਚ ਹੈ ਨਹੀਂਗਾ, 27 ਵਿੱਚ ਹੈ ਨਹੀਂਗਾ। ਤੇ ਮੈਨੂੰ ਇਹ ਦੱਸ ਦਿਓ ਵੀ ਤੁਹਾਨੂੰ ਕਿਹਨੇ ਦੱਸਦੀ ਆ, ਕਿਹੜੇ ਜੋਤਸ਼ੀ ਨੇ ਦੱਸਿਆ ਹੈ ਕਿ ਬੀਜੇਪੀ ਦਾ ਭਵਿੱਖ 24 ਵਿੱਚ ਹੈਗਾ ਪੰਜਾਬ ਦੇ ਵਿੱਚ, 27 ਵਿੱਚ ਕੋਈ ਭਵਿੱਖ ਹੈਗਾ? ਜੇ ਨਹੀਂ ਹੁੰਦਾ ਫਿਰ ਕੀ ਕਰੋਗੇ? ਘੱਟੋ ਘੱਟ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ। ਜਿਹੜੇ ਆਮ ਵਰਕਰ ਜਿਹੜੇ ਤੁਹਾਡੇ ਆਖੇ ਤੇ ਛਾਲਾ ਮਾਰਦੇ ਆਉਂਦੇ ਸੀ, ਉਹਨਾਂ ਵਰਕਰਾਂ ਨੂੰ ਅੱਜ ਪਿੰਚ ਹੋ ਰਿਹਾ ਹੈ। ਮੈਂ ਦੇਖਿਆ ਕਿ ਮੇਰੇ ਥੱਲੇ ਜਿਹੜੇ ਲੋਕਾਂ ਨੇ, ਸੈਂਕੜੇ ਲੋਕਾਂ ਨੇ ਕਮੈਂਟ ਕੀਤਾ, ਉਹਨਾਂ ਨੇ ਦੁੱਖ ਮਹਿਸੂਸ ਕੀਤਾ ਹੈ ਕਿ ਜਾਖੜ ਸਾਹਿਬ ਜਿਨ੍ਹਾਂ ਨੇ ਵਰਕਰ ਦੀ ਕਦੇ ਕਦਰ ਨਹੀਂ ਕੀਤੀ, ਅੱਜ ਉਸ ਪਾਰਟੀ ਨੂੰ ਗਾਲਾਂ ਦੇ ਰਹੇ ਨੇ ਜਿਹੜੀ ਪਾਰਟੀ ਨੇ ਸਭ ਕੁਝ ਇਹਨਾਂ ਨੂੰ ਦਿੱਤਾ।
ਉਹ ਕਹਿ ਰਹੇ ਕਿ ਜਿਸ ਤਰ੍ਹਾਂ ਸੈਂਟਰ ਲੈਵਲ ਤੇ ਕਾਂਗਰਸ ਪਾਰਟੀ ਦੇ ਹਾਲਾਤ ਨੇ, ਉਸ ਤੋਂ ਮਾੜੇ ਹਾਲਾਤ ਸਟੇਟ ਦੇ ਵਿੱਚ ਕਾਂਗਰਸ ਪਾਰਟੀ। ਆਪਸ਼ਨ ਕਹ ਰਹੇ ਪੰਜਾਬ ਦੇ ਵਿੱਚ ਹੁਣ ਇੱਕੋ ਇੱਕ ਆ, ਬੀਜੇਪੀ ਆ। ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ? ਜੇ ਅੱਜ ਕਾਂਗਰਸ ਪਾਰਟੀ ਦੇ ਹਾਲਾਤ ਮਾੜੇ ਨੇ, ਜ਼ਿੰਮੇਵਾਰ ਕੌਣ ਹੈ? ਉਦੋਂ ਪੀਪੀਸੀਸੀ ਦਾ ਪ੍ਰਧਾਨ ਕੌਣ ਸੀਗਾ? ਐਡੇ ਵੱਡੇ ਲੀਡਰ ਕੌਣ ਸੀਗੇ? ਜਦੋਂ ਕਿਤੇ ਬਾਈ ਇਲੈਕਸ਼ਨ ਆਈ ਹੈ ਤੇ ਮੈਂਬਰ ਪਾਰਲੀਮੈਂਟ ਤੇ ਇਹਨਾਂ ਨੂੰ ਬਣਾਇਆ ਹੈ। ਉਹ ਜਦੋਂ ਕੰਪੇਨ ਕਮੇਟੀ ਦਾ ਚੇਅਰਮੈਨ ਤੇ ਇਹਨਾਂ ਨੂੰ ਬਣਾਇਆ ਸੀਗਾ। ਕੌਣ ਜ਼ਿੰਮੇਵਾਰ ਆ? ਅੱਜ ਅਸੀਂ ਛੱਡ ਕੇ ਜਾਂ ਬੰਦਿਆਂ ਨੂੰ ਤੋੜ ਕੇ ਗੱਲ ਕਹੀਏ ਕਿ ਕਾਂਗਰਸ ਪਾਰਟੀ ਦੇ ਹਾਲਾਤ ਬੜੇ ਮਾੜੇ ਨੇ। ਔਰ ਮੈਂ ਇੱਕ ਬੇਨਤੀ ਕਰਾਂ ਕਿ ਠੀਕ ਹੈ, ਇਹ ਆਪਣੇ ਸਮਝਦੇ ਕਿ ਮੇਰਾ ਬਹੁਤ ਵੱਡਾ ਆਧਾਰ ਆ, ਪਰ ਮੈਂ ਬੇਨਤੀ ਕਰਾਂ ਕਿ ਪੰਜਾਬ ਦੇ ਸੰਦਰਭ ਦੇ ਵਿੱਚ ਬੀਜੇਪੀ ਦਾ ਅੱਜ ਵੀ ਕੋਈ ਆਧਾਰ ਨਹੀਂਗਾ। ਐਸੀਆਂ ਆਧਾਰਹੀਨ ਪਾਰਟੀਆਂ ਵਿੱਚ ਜਾ ਕੇ ਜਾਖੜ ਸਾਹਿਬ ਤੁਸੀਂ ਵੀ ਆਧਾਰਹੀਨ ਹੋ ਜਾਣਾ ਹੈ ਥੋੜ੍ਹੇ ਦੇਰ ਬਾਅਦ। ਤੁਸੀਂ ਆਧਾਰ ਲੈ ਕੇ ਗਏ ਹੋ, ਪਰ ਤੁਸੀਂ ਆਧਾਰਹੀਨ ਹੋ ਜਾਣਾ ਹੈ। ਮਤ ਸਮਝੋ ਕਿ ਜਿਹੜੇ ਕਾਂਗਰਸ ਵਰਕਰ ਤੁਹਾਡੇ 50 ਸਾਲ ਤੁਹਾਡੀ ਪੂਜਾ ਕਰਦੇ ਰਿਹਾ, ਉਹ ਕਾਂਗਰਸ ਵਰਕਰ ਨਾਲ ਨਹੀਂ ਜਾਣੇ। ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੀਏ। ਹੋ ਸਕਦਾ ਕੱਲ੍ਹ ਨੂੰ ਤੁਹਾਨੂੰ ਬੈਕ ਆਉਣਾ ਪਵੇ ਤੇ ਫਿਰ ਸ਼ਰਮਿੰਦੇ ਕਿਉਂ ਹੋਣਾ ਹੈ? ਆਪਾਂ ਨੂੰ ਘੱਟੋ ਘੱਟ ਕੋਈ ਨਾ ਕੋਈ ਦਰਵਾਜ਼ਾ ਖੁੱਲ੍ਹਾ ਰੱਖਣਾ ਚਾਹੀਦਾ। ਕਹਿ ਰਹੇ ਕਾਂਗਰਸੀ ਦੇ ਲੰਮੀਆਂ ਲਾਈਨਾਂ ਲੱਗੀਆਂ ਹੈਗੇ ਨੇ। ਭਗਵੰਤ ਮਾਨ ਵੀ ਕਹਿੰਦੇ ਹੈਗੇ ਕਿ ਬੀਜੇਪੀ 'ਚ ਭਾਵੇਂ ਚਲੇ ਜਾਣ, ਜਿਨ੍ਹਾਂ ਨੇ ਕਰਪਸ਼ਨ ਕੀਤੀ ਫੜ ਲਿਆਉਣੇ ਜੀ। ਦੇਖੋ, ਭਗਵੰਤ ਮਾਨ ਹੋਣਾ ਨੇ ਕੀ ਕਰਨਾ ਕੀ ਨਹੀਂ ਕਰਨਾ ਮੈਨੂੰ ਨਹੀਂ ਪਤਾ, ਕਿਉਂਕਿ ਜਿਸ ਦਿਨ ਸਾਧੂ ਸਿੰਘ ਧਰਮਸੋਤ ਜੀ ਨੂੰ ਫੜਿਆ ਹੈ, ਉਹ ਕਹਿੰਦੇ 3 ਵਜੇ ਅਸੀਂ ਤਾਂ ਫੜਿਆ ਹੈ ਕਿ 4 ਵਜੇ ਉਹਨਾਂ ਨੇ ਬੀਜੇਪੀ ਸ਼ਾਮਲ ਹੋ ਜਾਣਾ ਸੀਗਾ। ਤੇ ਬੀਜੇਪੀ ਤੋਂ ਮਾਨ ਸਾਹਿਬ ਡਰ ਇੰਨਾ ਕਿਉਂ ਲੱਗਦਾ ਹੈ? ਸਪੋਜ਼ ਕੋਈ ਬੀਜੇਪੀ ਵਿੱਚ ਚਲੇ ਗਿਆ, ਜੇ ਸਪੋਜ਼ ਕਿਸੇ ਨੇ ਕਰਪਸ਼ਨ ਕੀਤੀ ਹੈ ਤੇ ਤੁਸੀਂ ਕਾਰਵਾਈ ਕਰੋ। ਅੱਜ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ ਜਿਹੜੇ ਬੀਜੇਪੀ ਵਿੱਚ ਗਏ ਨੇ। ਇਸੇ ਗੱਲ ਕਰਕੇ ਕਈਆਂ ਲੋਕਾਂ ਦੇ ਮਨ ਵਿੱਚ ਮਿੱਥ ਹੈ ਕਿ ਸ਼ਾਇਦ ਬੀਜੇਪੀ ਵੱਲ ਚਲ ਜਾਂਗੇ, ਬਚ ਜਾਵਾਂਗੇ। ਤੋ ਐਸੀ ਗੱਲ ਕੋਈ ਨਹੀਂ। ਕਾਂਗਰਸ ਇੱਕ ਬੜੀ ਪੁਰਾਣੀ ਪਾਰਟੀ ਹੈ, ਅੱਜ ਵੀ ਇੱਕ ਪ੍ਰਿੰਸੀਪਲ ਓਪੋਜੀਸ਼ਨ ਪਾਰਟੀ ਹੈ ਪੰਜਾਬ ਦੇ ਵਿੱਚ। ਔਰ ਕਾਂਗਰਸ ਪਾਰਟੀ 18 MLA ਨੇ। ਔਰ ਜਿਹੜੀ ਗੱਲ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਬਣੀ ਸੀ, ਅੱਜ ਉਹਦਾ ਗ੍ਰਾਫ ਬਿਲਕੁਲ ਥੱਲੇ ਆ ਗਿਆ। ਕੋਈ ਲੋਕ ਅੱਜ ਆਮ ਆਦਮੀ ਪਾਰਟੀ ਨੂੰ ਪਸੰਦ ਨਹੀਂ ਕਰਦੇ। ਲੋਕਾਂ ਨੇ ਟੈਸਟ ਕੀਤਾ ਸੀ ਸੰਗਰੂਰ ਦੇ ਵਿੱਚ। ਇਹ ਹਾਲਾਤ ਸਾਰੇ ਪੰਜਾਬ ਦੇ ਨੇ। ਸੰਗਰੂਰ ਦੇ ਵਿੱਚ ਇਲੈਕਸ਼ਨ ਆ ਗਈ, ਲੋਕਾਂ ਨੂੰ ਪਤਾ ਲੱਗ ਗਿਆ, ਕਿਉਂਕਿ ਸਾਡਾ ਬੈਰੋਮੀਟਰ ਤਾਂ ਇਲੈਕਸ਼ਨ 'ਤੇ ਪਤਾ ਲੱਗਦਾ ਹੈ। ਲੋਕਾਂ ਨੇ ਹਰਾਤਾ। ਲੋਕਾਂ ਨੇ ਇਹ ਨਹੀਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣ ਵਾਸਤੇ ਵੋਟਾਂ ਪਾਈਆਂ। ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਹਰਾਉਣ ਵਾਸਤੇ, ਇਹਨਾਂ ਦਾ ਹੰਕਾਰ ਤੋੜਨ ਵਾਸਤੇ ਵੋਟਾਂ ਪਾਈਆਂ। ਅਤੇ ਜਿਹੜੇ ਵੱਡੇ ਜਿਹੜੇ ਹੈਗੇ ਸੀ ਮੰਤਰੀ, ਹਰਪਾਲ ਸਿੰਘ ਚੀਮਾ ਵਰਗੇ, ਕਹਿੰਦੇ ਸੀ ਨਹੀਂ ਤੂੰ ਤਾਂ ਜਿੱਤ ਹੀ ਨਹੀਂ ਸਕਦਾ, ਅਤੇ ਉਹ ਲਿਖ ਕੇ ਦਿੰਦੇ ਸੀਗੇ। ਉਹਨਾਂ ਦੀਆਂ ਲਿਖਤਾਂ ਵੀ ਸਾਰੀਆਂ ਝੂਠੀਆਂ ਪੈ ਗਈਆਂ। ਇਸ ਕਰਕੇ ਇਹਨਾਂ ਨੂੰ ਇਸ ਭੁਲੇਖੇ ਵਿੱਚ ਨਹੀਂ। ਔਰ ਦੂਸਰੀ ਮੈਂ ਬੇਨਤੀ ਕਰਾਂ ਕਿ ਜਿਸ ਤਰੀਕੇ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਵਿਚਰ ਰਹੇ ਆ, ਜਾਂ ਜਿਸ ਤਰੀਕੇ ਦੇ ਨਾਲ ਕੇਜਰੀਵਾਲ ਸਾਹਿਬ ਉਹਨਾਂ ਨੂੰ ਚਲਾਉਣਾ ਚਾਹੁੰਦੇ ਆ, ਇਹ ਪੰਜਾਬੀਆਂ ਨੂੰ ਪਸੰਦ ਨਹੀਂਗਾ। ਇਹਨਾਂ ਨੇ 2 ਵੱਡੀਆਂ ਗਲਤੀਆਂ ਕੀਤੀਆਂ। ਇੱਕ ਤਾਂ ਰਾਘਵ ਚੱਡੇ ਨੂੰ ਸਿਰ ਤੇ ਬਿਠਾਤਾ। ਇਹ ਕਹਿੰਦੇ ਜੀ ਕਿ ਕੈਬਨਿਟ ਦਾ ਅਹੁਦਾ ਜਿਹੜਾ ਹੈ ਅਸੀਂ ਨੋਟੀਫਿਕੇਸ਼ਨ ਨਹੀਂ ਕੀਤਾ। ਨੋਟੀਫਿਕੇਸ਼ਨ ਦੀ ਕੀ ਲੋੜ ਹੈ? ਜੋ ਨੋਟੀਫਿਕੇਸ਼ਨ ਕਰਨਗੇ ਹਾਈ ਕੋਰਟ ਚਲ ਜਾਣਗੇ, ਕੋਈ ਨਾ ਕੋਈ ਹਾਈ ਕੋਰਟ ਵਿੱਚ ਜਾਏਗਾ ਤਾਂ ਰਿਜੈਕਟ ਹੋ ਜਾਏਗਾ। ਇਹਨਾਂ ਨੇ ਉਹਨਾਂ ਨੂੰ 50 ਨੰਬਰ ਕੋਠੀ ਉਹ ਦਿੱਤੀ ਆ ਜਿਹੜੀ ਡਿਪਟੀ ਮੁੱਖ ਮੰਤਰੀ ਕੋਲੇ ਸੀਗੀ, ਜਿਹੜੀ ਐਡਵੋਕੇਟ ਜਨਰਲ ਕੋ ਕਿਤੇ ਰਹੀ ਹੈ। ਔਰ ਉਹਨਾਂ ਨੂੰ Z+ ਸਿਕਿਉਰਿਟੀ ਦਿੱਤੀ ਹੈ। ਹੋਰ ਕਿਹੜੀ ਗੱਲ ਹੈ? ਸਾਰੇ ਜਿਹੜੇ ਅਫਸਰ ਨੇ ਉਹਨਾਂ ਨੂੰ ਹਦਾਇਤਾਂ ਨੇ ਕਿ ਤੁਸੀਂ ਜਾ ਕੇ ਉੱਥੋਂ ਡਾਇਰੈਕਸ਼ਨ ਲੈ ਕੇ ਆਉਣੀ ਹੈ। ਹੋਰ ਗੱਲ ਕਿਹੜੀ ਰਹਿ ਗਈ? ਦੂਸਰੀ ਮੈਂ ਬੇਨਤੀ ਕਰਾਂ, ਦੂਸਰਾ ਇਸ਼ੂ ਹੈਗਾ ਹੈ ਬੇਅਦਬੀ ਵਾਲਾ। ਇਹਨੂੰ ਛੋਟਾ ਕਰਕੇ ਨਾ ਵੇਖਣ। ਬੇਅਦਬੀ ਦੇ ਮਸਲੇ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ। ਔਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਆ ਗਈ 24 ਘੰਟਿਆਂ ਦੇ ਵਿੱਚ ਫੈਸਲਾ ਅਸੀਂ ਕਰ ਦਿਆਂਗੇ। ਔਰ ਬੜੇ ਧੂਮ ਧੜੱਕੇ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਨੂੰ ਉਹਨਾਂ ਨੇ ਜੁਆਇਨ ਕਰਵਾਇਆ ਸੀ। ਔਰ ਬਕਾਇਦਾ ਕਹਿੰਦੇ ਰਹੇ ਕਿ ਜਿਹੜੀ ਇਹਨਾਂ ਨੇ ਰਿਪੋਰਟ ਤਿਆਰ ਕੀਤੀ ਹੈ, ਆਮ ਆਦਮੀ ਪਾਰਟੀ ਦੀ ਜੋ ਸਰਕਾਰ ਬਣ ਗਈ, ਅਸੀਂ ਉਹ ਇੰਪਲੀਮੈਂਟ ਕਰ ਦੇਣੀ ਹੈ। ਅੱਜ ਕੁੰਵਰ ਵਿਜੇ ਪ੍ਰਤਾਪ ਬੋਲਦੇ ਫਿਰਦੇ ਨੇ। ਅੱਜ ਉਹਨਾਂ ਲੋਕਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਦੇ ਵਾਸਤੇ ਕਈ ਸਾਹਿਬ ਨੂੰ AG ਲਾਤਾ ਹੈ। ਜਦੋਂ ਇੱਕ ਐਥਿਕਸ ਨੇ ਸਾਡੇ ਵਕੀਲਾਂ ਦੇ, ਵੀ ਜਿਹੜਾ ਵਕੀਲ ਕਿਸੇ ਵੀ ਬੰਦੇ ਦਾ ਕੇਸ ਲੜਦਾ ਹੈ, ਉਹ ਦੂਸਰੀ ਓਪੋਜੀਸ਼ਨ ਪਾਰਟੀ ਦਾ ਨਹੀਂ ਲੜ ਸਕਦਾ। ਹੁਣ ਜਿਸ ਬੰਦੇ ਨੇ ਬਾਬਾ ਰਾਮ ਰਹੀਮ ਦੇ ਕੇਸ ਲੜੇ ਨੇ, ਜਿਸ ਬੰਦੇ ਨੇ ਸਮੇਤ ਸੈਣੀ ਦੇ ਕੇਸ ਲੜੇ ਹੈ, ਅੱਜ ਉਹ AG ਆਫਿਸ ਦੇ ਵਿੱਚ ਆਣ ਕੇ ਉਹ ਸਾਰੀਆਂ ਫਾਈਲਾਂ ਚੈੱਕ ਕਰੇਗਾ, ਜਿਹੜੀਆਂ ਸਰਕਾਰ ਦੀ ਪੋਜੀਸ਼ਨ ਪਤਾ ਕਰੇਗਾ। ਔਰ ਮੈਂ ਇੱਕ ਬੇਨਤੀ ਕਰਾਂ, ਇੱਕ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਬਾਦਲ ਸਾਹਿਬ ਨੇ ਗੜਗਾਉਂ ਦੇ ਵਿੱਚ ਜਗ੍ਹਾ ਲਈ ਹੈ ਹੋਟਲ ਬਣਾਉਣ ਦੇ ਵਾਸਤੇ, ਉਦੋਂ ਪਹਿਲਾਂ ਸ਼੍ਰੀ ਦੇਵੀ ਲਾਲ ਦੀ ਸਰਕਾਰ ਸੀ। ਉਸ ਤੋਂ ਬਾਅਦ ਬੰਸੀ ਲਾਲ ਦੀ ਸਰਕਾਰ ਆ ਗਈ। ਬੰਸੀ ਲਾਲ ਦੀ ਸਰਕਾਰ ਦੇ ਵਿੱਚ ਉਹ ਕੈਂਸਲ ਕਰ ਦਿੱਤੀ ਗਈ ਡੀਲ। ਇਹਨਾਂ ਨੇ ਜਿਹੜਾ ਵਕੀਲ ਕੀਤਾ ਉੱਥੇ ਕੇਸ ਲੜਨ ਵਾਸਤੇ ਸੁਪਰੀਮ ਕੋਰਟ ਦੇ ਵਿੱਚ, ਉਸੇ ਵਕੀਲ ਨੂੰ ਜਦੋਂ ਚਟਾਲਾ ਸਾਹਿਬ ਦੀ ਸਰਕਾਰ ਆ ਗਈ, ਉਹਨੂੰ ਹਰਿਆਣੇ ਦਾ AG ਲਾ ਦਿੱਤਾ। ਜਦੋਂ AG ਲਾ ਦਿੱਤਾ ਤਾਂ ਨੈਚੁਰਲੀ ਕੇਸ ਉਹਨਾਂ ਦੇ ਹੱਕ ਵਿੱਚ ਹੋ ਗਿਆ, ਤਾਂ ਅੱਜ ਉੱਥੇ ਹੋਟਲ ਬਣਿਆ ਪਿਆ। ਤਾਂ ਮੈਂ ਬੇਨਤੀ ਕਰਾਂਗਾ ਕਿ ਜਿਹੜਾ ਬੰਦਾ ਬਾਬੇ ਦੇ ਕੇਸ ਲੜਦਾ ਹੈ, ਜਿਹੜਾ ਬੰਦਾ ਸਮੇਤ ਸੈਣੀ ਦੇ ਕੇਸ ਲੜਦਾ ਹੈ, ਉਹ ਬਾਈਬਲ ਕਲਾਂ ਦਾ ਕਦੇ ਇਨਸਾਫ ਨਹੀਂ ਦੇ ਸਕਦਾ। ਇਸ ਕਰਕੇ ਮੈਂ ਸਮਝਦਾ ਕਿ ਬਿਲਕੁਲ ਠੀਕ ਉਹਨਾਂ ਨੇ ਫੈਸਲਾ ਲਿਆ ਹੈ। ਸਰਦਾਰ ਸੁਖਰਾਜ ਸਿੰਘ ਉਹਨਾਂ ਨੇ ਬਾਈਬਲ ਕਮੇਟੀ ਜਿਹੜਾ ਬਾਈਬਲ ਕਲਾਂ ਵਿੱਚ ਜਿਹੜਾ ਧਰਨਾ ਦੇ ਕੇ ਬੈਠੇ ਨੇ, ਇਹਨਾਂ ਤੋਂ ਇਨਸਾਫ ਦੀ ਆਸ ਨਹੀਂ। ਇਹਨਾਂ ਨੇ ਤਾਂ ਜ਼ਬਰਦਸਤੀ ਜਾਣ ਬੁੱਝ ਕੇ
ਜਦੋਂ 3-4 ਦਿਨ ਲੋਕਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਤੇ ਪ੍ਰਚਾਰ ਇਸ ਗੱਲ ਦਾ ਹੋਇਆ ਕਿ ਘਈ ਸਾਹਿਬ ਉਹੀ ਨੇ ਜਿਨ੍ਹਾਂ ਨੇ ਫਲਾਣੇ ਕੇਸ ਲੜਿਆ, ਪਰ ਇਹਨਾਂ ਸਾਰੀਆਂ ਗੱਲਾਂ ਦੀ ਪਰਵਾਹ ਨਾ ਕਰਦਿਆਂ ਉਹਨਾਂ ਨੂੰ ਏਜੀ ਅਪੁਆਇੰਟ ਵੀ ਕੀਤਾ, ਉਹਨਾਂ ਨੂੰ ਚਾਰਜ ਵੀ ਦਿਵਾਤਾ ਤੇ ਉਹਨਾਂ ਨੂੰ ਸਾਰਾ ਕੰਮ ਵੀ ਦਿੱਤਾ। ਤਾਂ ਲੱਗਦਾ ਕਿ ਇਨਸਾਫ ਮਿਲਣਾ ਨਹੀਂ ਹੈਗਾ। ਬਹੁਤ ਸਾਰੇ ਲੋਕ ਕਹਿੰਦੇ ਕਿ 3 ਮੁੱਖ ਮੰਤਰੀ ਇਸ ਮਸਲੇ ਦੇ ਵਿੱਚ ਰਗੜ ਕੇ ਰੱਖ ਦਿੱਤੇ ਅੱਗੇ, ਤੇ ਤਾਂ ਲੱਗਦਾ ਚੌਥੀ ਇਹ ਜਿਹੜੀ ਸਰਕਾਰ ਹੈ ਇਹ ਵੀ ਇਦਾਂ ਹੀ ਲੋਕਾਂ ਦੇ ਨਾਲ ਧੋਖਾ ਹੀ ਕਰਕੇ ਜਾਏਗੀ। ਮੈਂ ਇੱਕ ਬੇਨਤੀ ਕਰਾਂ ਕਿ ਇਹ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਵੀ ਉੱਥੇ ਗਏ ਸੀਗੇ ਜਦੋਂ ਧਰਨਾ ਦੇ ਕੇ ਸਰਦਾਰ ਧਿਆਨ ਸਿੰਘ ਮੰਡ ਹੋਣੀ ਬੈਠੇ ਸੀ। ਮੈਨੂੰ ਵੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਵੇਲੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਭੇਜਿਆ ਸੀ। ਅਸੀਂ ਵੀ ਉਹਨਾਂ ਨੂੰ ਕਿਹਾ ਸੀ ਕਿ ਭਾਈ ਤੁਸੀਂ ਧਰਨਾ ਚੁੱਕ ਲਓ, ਅਸੀਂ ਤੁਹਾਡੇ ਮਸਲੇ ਹੱਲ ਕਰਾਂਗੇ। ਅਸੀਂ ਮਸਲੇ ਹੱਲ ਨਹੀਂ ਕਰ ਸਕੇ ਕਿਸੇ ਕਾਰਨ, ਔਰ ਅਸੀਂ ਸਜ਼ਾ ਭੁਗਤ ਰਹੇ ਹਾਂ। ਔਰ ਮੈਂ ਇੱਕ ਬੇਨਤੀ ਕਰਾਂ ਕਿ ਇਸੇ ਪਲੈਂਕ ਤੇ ਇਹਨਾਂ ਨੇ ਇਲੈਕਸ਼ਨ ਲੜੀ ਸੀ। ਇਹਨਾਂ ਨੇ ਕਿਹਾ ਸੀ ਕਿ ਸਾਡੀ ਸਰਕਾਰ ਆ ਲੈਂਦੇ, ਅਸੀਂ ਬਾਈਬਲ ਕਲਾਂ ਨੂੰ ਇਨਸਾਫ ਦੇਵਾਂਗੇ ਉਹਨਾਂ ਲੋਕਾਂ ਨੂੰ, ਔਰ ਉਹ ਲੋਕ ਡੀਕਦੇ ਰਹੇ। ਇਹਨਾਂ ਨੇ 15 ਦਿਨ ਦਾ ਟਾਈਮ ਮੰਗਿਆ, 15 ਦਿਨ ਦੇ ਦਿੱਤੇ, 3 ਮਹੀਨੇ ਦਿੱਤਾ, ਹੁਣ 6 ਮਹੀਨੇ ਦਾ ਮੰਗਣ ਗਏ ਸੀਗੇ ਤੇ ਨਾਲ ਉਹਨਾਂ ਨੇ ਏਜੀ ਪੁਆਇੰਟ ਕਰਤਾ। ਹੁਣ ਉਹ ਟਾਈਮ ਕਿੰਨੀ ਕੁ ਵਾਰੀ ਦੇਣਗੇ? ਔਰ ਇਹ ਮਤ ਸਮਝਣ ਕਿ ਇਹ ਲੋਕਾਂ ਨੂੰ ਇਹ ਕੋਈ ਥੋੜ੍ਹੇ ਆ ਜਾਂ ਉੱਥੇ ਥੋੜ੍ਹਾ ਧਰਨਾ ਦੇ ਕੇ ਬੈਠੇ ਲੋਕ, ਇਹ ਧਰਨੇ ਦੀ ਗੱਲ ਨਹੀਂ। ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ। ਪੰਜਾਬ ਦੇ ਨਹੀਂ, ਦੁਨੀਆ ਵਿੱਚ ਵਸਣ ਵਾਲੇ ਸਿੱਖਾਂ ਦੀਆਂ ਭਾਵਨਾਵਾਂ ਬਾਈਬਲ ਕਲਾਂ ਬਰਗਾੜੀ ਦੇ ਨਾਲ ਜੁੜੀਆਂ ਹੋਈਆਂ ਨੇ, ਕੋਟਕਪੂਰੇ ਨਾਲ ਜੁੜੀਆਂ, ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ। ਔਰ ਇਸੇ ਕਰਕੇ ਲੋਕਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੂੰਹ ਨਹੀਂ ਲਾਇਆ। ਸੁਖਬੀਰ ਸਿੰਘ ਬਾਦਲ ਕਹਿੰਦਾ ਨਾ ਮੇਰਾ ਦੋਸ਼ ਕੀ ਹੈ? ਦੋਸ਼ ਤਾਂ ਦੇਖੋ ਕਿਵੇਂ ਨਹੀਂ ਹੋ ਸਕਦਾ। ਅਕਾਲ ਤਖਤ ਸਾਹਿਬ ਦਾ ਜਥੇਦਾਰ, ਜਿਹਦੇ ਬਾਰੇ ਮੈਂ ਵਿਧਾਨ ਸਭਾ ਦੇ ਵਿੱਚ ਵੀ ਬੋਲਿਆ ਸੀ, ਜਥੇਦਾਰ ਗੁਰਬਚਨ ਸਿੰਘ ਹੋਣੀ, ਔਰ ਜਿਨ੍ਹਾਂ ਨੇ ਬਤੌਰ ਅਕਾਲ ਤਖਤ ਦੇ ਜਥੇਦਾਰ ਸਾਹਿਬ, ਅਸਲ 'ਚ ਮਾਮਲਾ ਕੀ ਸੀਗਾ ਕਿ ਮਾਮਲਾ ਬਾਬਾ ਰਾਮ ਰਹੀਮ ਦੀ ਫਿਲਮ ਰਿਲੀਜ਼ ਹੋਈ ਸੀ। ਜਦੋਂ ਫਿਲਮ ਰਿਲੀਜ਼ ਹੋਈ ਤੇ ਪੰਜਾਬ 'ਚ ਲੱਗੀ, ਉਹਨੇ ਰੌਲਾ ਪਾ ਤਾ ਕਿ ਇਹਨੂੰ ਤਾਂ ਅਕਾਲ ਤਖਤ ਸਾਹਿਬ ਤੋਂ ਕੱਢਿਆ ਹੋਇਆ ਹੈ। ਪਹਿਲਾਂ ਅਕਾਲ ਤਖਤ ਸਾਹਿਬ ਤੋਂ ਮਾਫੀ ਮਿਲੂਗੀ ਤੇ ਫਿਰ ਫਿਲਮ ਚੱਲੇਗੀ। ਔਰ ਤੁਹਾਨੂੰ ਯਾਦ ਹੋਏਗਾ ਕਿ ਹਰ ਕੋਈ ਫਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੁੰਦੀ ਹੈ ਤੇ ਵੀਰਵਾਰ ਨੂੰ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਕਿ ਇਹਨੂੰ ਮਾਫ ਕਰ ਦਿੱਤਾ ਗਿਆ। ਹੁਕਮ ਵੀ ਉਹ ਆਪ ਆਣ ਕੇ ਮਾਫੀਨਾਮਾ ਨਹੀਂ ਦੇਣ ਵਾਸਤੇ ਆਇਆ, ਉਹਨੇ ਇੱਕ ਚਿੱਠੀ ਭੇਜ ਦਿੱਤੀ, ਹਿੰਦੀ ਦੇ ਵਿੱਚ ਚਿੱਠੀ ਭੇਜੀ, ਔਰ ਚਿੱਠੀ 'ਤੇ ਅਸੀਂ ਮਾਫ ਕਰ ਦਿੱਤਾ। ਔਰ ਉਹ ਮਾਫੀ ਤੋਂ ਬਾਅਦ ਫਿਲਮ ਸ਼ੁਰੂ ਹੋ ਗਈ, ਔਰ ਉਹਨਾਂ ਨੇ ਪੱਤਰੇ ਪਾੜ ਕੇ ਸੁੱਟਤੇ। ਗੁਰੂ ਸਾਹਿਬ ਦੀ ਬੇਅਦਬੀ ਹੋ ਗਈ। ਸਰਕਾਰ ਉਦੋਂ ਅਕਾਲੀ ਦਲ ਦੀ ਸੀ, ਔਰ ਅਕਾਲੀ ਦਲ ਦੀ ਸਰਕਾਰ ਵੇਲੇ ਲੋਕਾਂ ਨੇ ਧਰਨਾ ਆਣ ਕੇ ਕੋਟਕਪੂਰੇ ਮਾਰ ਦਿੱਤਾ। ਤੇ ਜਦੋਂ ਕੋਟਕਪੂਰੇ ਧਰਨਾ ਮਾਰਿਆ ਹੈ, ਦੁਨੀਆ ਦੀ ਹਿਸਟਰੀ ਦੇ ਵਿੱਚ ਮੈਂ ਨਹੀਂ ਕਦੇ ਵੇਖਿਆ ਵੀ ਸਵੇਰੇ 6:30 ਵਜੇ ਡਾਂਗ ਸੋਟਾ ਚਲਾ ਦੇਵੇ ਪੁਲਿਸ ਵਾਲੇ ਆਣ ਕੇ। ਆਪਾਂ ਜਿੰਨੇ ਡੈਮੋਨਸਟ੍ਰੇਸ਼ਨ ਵੇਖਦੇ ਹਾਂ, ਧਰਨੇ ਵੇਖਦੇ ਹਾਂ, 11 ਵਜੇ 12 ਵਜੇ 2 ਵਜੇ 3 ਵਜੇ ਲੋਕ ਇੱਥੇ ਡਾਂਗ ਸੋਟਾ ਚਲਾਉਂਦੇ ਆ, ਔਰ ਉੱਥੇ 6:30 ਵਜੇ ਡਾਂਗ ਚਲਾ ਕੇ ਲੋਕਾਂ ਨੂੰ ਭਜਾਤਾ। ਕਿਹੜੀ ਪ੍ਰੋਵੋਕੇਸ਼ਨ ਸੀ? ਲੋਕ ਉਹਦੇ ਬੈਠੇ ਸਨ, ਕੋਈ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ, ਕੋਈ ਸਤਨਾਮ ਵਾਹਿਗੁਰੂ ਜਾਪ ਕਰਦੇ ਸਨ। ਔਰ ਉਸ ਵੇਲੇ ਇਹਨਾਂ ਨੇ ਹਦਾਇਤ ਕੀਤੀ ਕਿ ਥੋੜ੍ਹੇ ਲੋਕ ਬੰਦੇ ਬਾਈਬਲ ਕਲਾਂ ਵੀ ਬੈਠੇ ਆ। ਔਰ ਉਸੇ ਵੇਲੇ ਚਰਨਜੀਤ ਸ਼ਰਮਾ ਜਿਹੜੇ ਐਸਐਸਪੀ ਸੀਗੇ, ਉਹਨਾਂ ਦੀ ਅਗਵਾਈ ਵਿੱਚ ਇੱਕ ਟੋਲੀ ਉੱਥੇ ਚਲੇ ਗਈ, ਔਰ ਉਹ ਟੋਲੀ ਨੇ ਜਾ ਕੇ ਉੱਥੇ ਗੋਲੀ ਚਲਾ ਦਿੱਤੀ। ਜਦੋਂ ਗੋਲੀ ਚਲਾ ਦਿੱਤੀ, ਔਰ ਉਸ ਤੋਂ ਬਾਅਦ ਇਹ ਜਿਹੜੀ ਰਿਪੋਰਟ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਸਿੱਟ ਨੇ, ਉਹਦੇ ਵਿੱਚ ਇਹ ਲੱਗੀ ਆ ਕਿ ਇਹਨੂੰ ਐਨਕਾਊਂਟਰ ਸ਼ੋਅ ਕਰਨ ਦੇ ਵਾਸਤੇ ਪੁਲਿਸ ਨੇ ਆਪਣੀ ਜਿਪਸੀ ਵਿੱਚ ਆਪੇ ਗੋਲੀਆਂ ਮਾਰਦੀਆਂ। ਇਹ ਵੀ ਗੱਲ ਰਿਕਾਰਡ ਦੇ ਵਿੱਚ ਆਈ ਹੈ। ਜਦੋਂ ਪੁਲਿਸ ਨੇ ਝੂਠਾ ਐਨਕਾਊਂਟਰ ਸ਼ੋਅ ਕਰ ਦਿੱਤਾ, ਜਦੋਂ ਪੁਲਿਸ ਨੇ ਸਵੇਰੇ 6:30 ਵਜੇ ਕਿਹਦੀ ਹਦਾਇਤ ਨਾਲ ਗੋਲੀਆਂ ਡਾਂਗਾ ਚਲਾ ਦਿੱਤੀਆਂ, ਕਿਹਦੀ ਹਦਾਇਤ ਨਾਲ ਗੋਲੀਆਂ ਚਲਾ ਦਿੱਤੀਆਂ, ਅਸੀਂ ਰਿਸਪੌਂਸਿਬਿਲਟੀ ਕਿਵੇਂ ਨਹੀਂ ਮੰਨਦੇ ਆਪਣੀ? ਜਿਹੜੀ ਰਿਸਪੌਂਸਿਬਿਲਟੀ ਹੈ ਉਹ ਸਾਨੂੰ ਫਿਕਸ ਕਰਨੀ ਚਾਹੀਦੀ ਹੈ। ਸਾਡੀਆਂ ਸਰਕਾਰ, ਅਕਾਲੀ ਦਲ ਵੀ ਇਸੇ ਕਰਕੇ ਸੱਤਾ ਤੋਂ ਬਾਹਰ ਹੈ, ਕਾਂਗਰਸ ਪਾਰਟੀ ਵੀ ਇਸੇ ਕਰਕੇ ਸੱਤਾ ਤੋਂ ਬਾਹਰ ਹੋ ਗਈ। ਇਹ ਜੇ ਆਮ ਆਦਮੀ ਪਾਰਟੀ ਜਿਹੜੇ ਬੜੇ ਉੱਚੀਆਂ ਡੀਂਗਾਂ ਮਾਰਦੇ ਸੀ, ਜੇ ਅੱਜ ਨਹੀਂ ਕਰਦੇ, ਜੋ ਇਹ ਕਰ ਰਹੇ ਨੇ, ਜੋ ਸ਼ਰਿਆ, ਮੈਂ ਸਮਝਦਾ ਹੈ ਕਿ ਇਹ ਉਹਨਾਂ ਨੇ ਮੈਸੇਜ ਦਿੱਤਾ ਹੈ ਵੀ ਅਸੀਂ ਵੇਖ ਲਓ ਉਸੇ ਬੰਦੇ ਨੂੰ ਇੱਥੇ ਏਜੀ ਲਾਤਿਆ ਹੈ ਜਿਹੜਾ ਬੰਦਾ ਉਹਦੇ ਕੇਸ ਲੜਦਾ ਸੀ। ਬੜਾ ਕਲੀਅਰ ਕੱਟ ਮੈਸੇਜ ਹੈ। ਇਸ ਤੋਂ ਬਾਅਦ ਆਪਾਂ ਮਹਿਸੂਸ ਕਰ ਸਕਦੇ? ਮੈਂ ਕਹਿੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਹਿੰਮਤ ਨਹੀਂ, ਜਾਂ ਉਹਨਾਂ ਦੇ ਵਿੱਚ ਇੰਨੀ ਤਾਕਤ ਨਹੀਂ ਕਿ ਇਸ ਏਜੀ ਨੂੰ ਹਟਾ ਦੇਣ। ਕਿਉਂਕਿ ਮੈਂ ਵੇਖਿਆ ਜਿਸ ਦਿਨ ਪਹਿਲੇ ਦਿਨ ਉਹ ਦਿੱਲੀ ਗਏ ਨੇ, ਉਹਨਾਂ ਨੂੰ ਏਜੀ ਦਾ ਨਾਮ ਨਹੀਂ ਸੀ ਪਤਾ, ਘਈ ਸਾਹਿਬ ਦਾ ਨਾਮ ਨਹੀਂ ਸੀ ਪਤਾ ਉਹਨਾਂ ਨੂੰ, ਤੇ ਉੱਥੇ ਜਾ ਕੇ ਜਦੋਂ ਦਿੱਲੀੋਂ ਫਰਮਾਨ ਆ ਗਿਆ ਤੇ ਨਹੀਂ ਹਟਾ ਸਕਦੇ। ਤੇ ਮੈਂ ਸਮਝਦਾ ਕਿ ਕੇਜਰੀਵਾਲ ਸਾਹਿਬ ਦੀਆਂ ਗਰੰਟੀਆਂ, ਉਹਨਾਂ ਦੀਆਂ ਗੱਲਾਂ, ਇਹ ਹਵਾ ਦੇ ਵਿੱਚ ਗੱਲਾਂ ਨੇ। ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਉਹ ਤਾਂ VIP ਕਲਚਰ ਦੇ ਬੜਾ ਖਿਲਾਫ ਸੀਗੇ, ਉਹਦੇ ਗਨਮੈਨਾਂ ਦੇ ਬੜਾ ਖਿਲਾਫ ਸੀਗੇ, ਉਹ ਤਾਂ ਵੱਡੀਆਂ ਗੱਡੀਆਂ ਦੇ ਬੜਾ ਖਿਲਾਫ ਸੀਗੇ। ਨਾ ਗਨਮੈਨ ਛੱਡੇ ਆ, ਨਾ ਵੱਡੀਆਂ ਗੱਡੀਆਂ ਛੱਡੀਆਂ, ਨਾ ਵੱਡੀਆਂ ਕੋਠੀਆਂ ਛੱਡੀਆਂ। ਇੱਕ ਕੋਠੀ ਦੀ ਗੱਲ ਕਰ, 4 ਕੋਠੀਆਂ ਦੱਬੀ ਫਿਰਦੇ ਆ। ਮੈਨੂੰ ਦੱਸੋ ਅੱਜ ਤੱਕ ਕਿਸੇ ਮੈਂਬਰ ਪਾਰਲੀਮੈਂਟ ਨੂੰ, ਤੁਹਾਨੂੰ ਹਿਸਟਰੀ ਦਾ ਪਤਾ ਹੋਊਗਾ, ਪੰਜਾਬ ਦੇ ਵਿੱਚ ਕਿਸੇ ਨੂੰ ਕੋਠੀ ਮਿਲੀ ਹੈ? ਕਿਸੇ ਵੀ ਰਾਜ ਸਭਾ ਦੇ ਮੈਂਬਰ ਨੂੰ, ਕਿਸੇ ਲੋਕ ਸਭਾ ਦੇ ਮੈਂਬਰ ਨੂੰ ਦੱਸੋ? ਰਾਘਵ ਚੱਡਾ ਜਿਹੜਾ ਪੰਜਾਬ ਨੂੰ ਬਿਲੋਂਗ ਨਹੀਂ ਕਰਦਾ, ਦਿੱਲੀ ਨੂੰ ਬਿਲੋਂਗ ਕਰਦਾ ਹੈ, ਉਹਨੂੰ ਉੱਥੋਂ ਦਾ MLA ਸੀ, ਉਹਨੂੰ MLAਸ਼ਿਪ ਛਡਾ ਕੇ ਪੰਜਾਬ ਦਾ ਰਾਜ ਸਭਾ ਦਾ ਮੈਂਬਰ ਲਾ ਲਿਆ। ਕਿਸ ਕਪੈਸਿਟੀ ਦੇ ਵਿੱਚ ਏਡੀ ਵੱਡੀ ਕੋਠੀ ਦਿੱਤੀ ਹੈ? ਔਰ ਮੈਂ ਸਮਝਦਾ ਹੈ ਕਿ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਉਹਨੂੰ ਦਿੱਤਾ ਹੈ, ਕਿਸੇ ਛੋਟਾ ਮੋਟਾ ਅਹੁਦਾ ਨਹੀਂ। ਤੇ ਇੱਕ ਸਿਰਫ ਇਹ ਫਾਰਮੂਲਾ ਕਿ ਨੋਟੀਫਿਕੇਸ਼ਨ ਨਹੀਂ ਕੀਤਾ ਕਿਉਂਕਿ ਉੱਥੇ ਆਫਿਸ ਆਫ ਪ੍ਰੋਫਿਟ ਆ ਜਾਂਦਾ ਹੈ, ਉਹਦੇ ਕਰਕੇ ਨਹੀਂ, ਅਦਰਵਾਈਜ਼ ਉਹਨੂੰ ਸਾਰਾ ਕੁਝ ਅਧਿਕਾਰ ਦਿੱਤਾ ਹੈ।
ਇਸ ਕਰਕੇ ਪੰਜਾਬ ਦੇ ਹਾਲਾਤ ਬਹੁਤ ਭਿਆਨਕ ਬਣਨ ਵਾਲੇ ਆ। ਕਿਸੇ ਗੱਲ ਦੀ ਇਹਨਾਂ ਨੂੰ ਸਮਝ ਨਹੀਂ। ਔਰ ਜੋੜਾ ਮਾਜਰਾ ਸਾਹਿਬ ਆਪਣੇ ਮਜਾਲ ਦੇ ਵਿੱਚ ਆਪਣੀ ਤਾਕਤ ਦਾ ਮੁਜ਼ਾਹਰਾ ਕਰਨ ਵਾਸਤੇ ਥਾਂ ਥਾਂ ਜਾ ਕੇ ਵੱਡੇ ਵੱਡੇ ਸੀਨੀਅਰ ਡਾਕਟਰਾਂ ਦੀ ਬੇਇੱਜ਼ਤੀ ਕਰ ਰਹੇ ਨੇ। ਔਰ ਮੈਂ ਵੇਖੋ ਭੁੱਲਰ ਸਾਹਿਬ, ਮੈਂ ਮਹਿਸੂਸ ਕਰਦਾ ਕਿ ਅਸੀਂ MLA ਲੋਕ ਪੰਜਾਬ ਦੀ ਔਰ ਹਿੰਦੁਸਤਾਨ ਦੀ ਬਦਕਿਸਮਤੀ ਕਹਿ ਲਈਏ ਕਿ ਸਾਡੀ ਐਲੀਜੀਬਿਲਟੀ ਕੋਈ ਨਹੀਂ। ਅਸੀਂ ਕੋਈ ਵੀ ਇਲੈਕਸ਼ਨ ਲੜ ਸਕਦੇ ਹਾਂ, MLA ਬਣ ਸਕਦੇ ਹਾਂ, ਮੰਤਰੀ ਬਣ ਸਕਦੇ ਹਾਂ, ਪਰ ਕੋਈ SMO ਤੇ ਨਹੀਂ ਬਣ ਸਕਦਾ ਅਨਪੜ੍ਹ ਬੰਦਾ, ਕੋਈ VC ਤੇ ਨਹੀਂ ਬਣ ਸਕਦਾ ਅਨਪੜ੍ਹ ਬੰਦਾ। ਪਰ ਜੇ ਅਸੀਂ ਬਣ ਗਏ ਆ ਸੰਵਿਧਾਨ ਦਾ ਉਹ ਫਾਇਦਾ ਉਠਾ ਕੇ, ਸਾਨੂੰ ਬੇਇੱਜ਼ਤੀ ਕਰਨ ਦਾ ਕੀ ਅਧਿਕਾਰ ਆ ਕਿਸੇ ਦਾ? ਇੱਕ ਸੀਨੀਅਰ ਮੋਸਟ ਸਰਜਨ ਜਿਹੜਾ ਸਪਾਈਨਲ ਸਰਜਨ ਆ, ਸਾਡੇ ਵਾਸਤੇ ਮਾਣ ਦੀ ਗੱਲ ਹੈ, ਜਿਹਨੇ 15,000 ਸਰਜਰੀਆਂ ਕੀਤੀਆਂ, ਹੁਣ ਅਸੀਂ ਉਹਦੀ ਬੇਇੱਜ਼ਤੀ ਕਰੀਏ ਜਾ ਕੇ ਫੜ ਕੇ? ਉੱਥੇ ਗੱਦਿਆਂ ਵਾਸਤੇ ਉਹ ਜ਼ਿੰਮੇਵਾਰ ਹੈ, ਵਾਰਡ ਅਟੈਂਡੈਂਟ ਜ਼ਿੰਮੇਵਾਰ ਹੋ ਸਕਦਾ ਹੈ, ਹਾਊਸਕੀਪਿੰਗ ਦਾ ਅਫਸਰ ਉੱਥੇ ਜ਼ਿੰਮੇਵਾਰ ਹੋ ਸਕਦਾ ਹੈ, ਉੱਥੇ ਸੁਪਰਡੈਂਟ ਜ਼ਿੰਮੇਵਾਰ ਹੋ ਸਕਦਾ ਹੈ, ਉਹਨਾਂ ਨਾਲ ਗੱਲ। ਔਰ ਮੈਂ ਸਮਝਦਾ ਕਿ ਇਹ ਕੈਲਕੂਲੇਟਡ ਸੀ। ਡਾਕਟਰ ਰਾਜ ਬਹਾਦਰ ਦੀ ਬੇਇੱਜ਼ਤੀ ਕਰਨਾ ਪਹਿਲਾਂ ਪਲਾਨ ਕਰਕੇ ਗਏ ਸੀ, ਸਕ੍ਰਿਪਟ ਲਿਖੀ ਗਈ ਸੀ, ਬਾਹਰਲੇ ਗੇਟ ਤੋਂ ਲੈ ਕੇ ਅੰਦਰ ਤੱਕ ਬਹੁਤ ਥਾਵਾਂ ਤੋਂ ਉਹਦੀ ਬੇਇੱਜ਼ਤੀ ਕੀਤੀ। ਔਰ ਇਹ ਸ਼ੋਭਾ ਨਹੀਂ ਦਿੰਦਾ। ਇਹ ਜੋੜਾ ਮਾਜਰਾ ਸਾਹਿਬ, ਜਿਵੇਂ ਅਸੀਂ ਆਦਤ ਪਾਈ ਆ ਨਾ ਕਿ ਲਾਈਵ ਕੈਮਰੇ ਲੈ ਕੇ ਕਿਸੇ ਥਾਂ ਤੇ ਜਾ ਕੇ ਹੱਲਾ ਕਰਨਾ, ਜਿਵੇਂ ਹਮਲਾਵਰ ਆ ਗਏ ਆ ਫਿਰ ਅਸੀਂ ਉੱਥੇ ਜਾ ਕੇ ਵੀਡੀਓ ਪਾਉਣੀ ਆ, ਇਹ ਗੱਲਾਂ ਠੀਕ ਨਹੀਂ ਦਿੰਦੀਆਂ। ਫਿਰ IT ਸੈੱਲ ਜੋ ਕੁਝ ਕਰ ਰਿਹਾ ਹੈ, ਇਸ ਹਿਸਾਬ ਨਾਲ ਇਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਸੀਨੀਅਰ ਸਰਜਨ ਨਹੀਂ ਲੱਭਣਾ ਜੋ ਕਰ ਰਹੇ ਨੇ। ਦੇਖੋ ਕਾਂਗਰਸ ਪਾਰਟੀ ਵੱਲ ਭੁੱਲਦਾ ਤੁਹਾਨੂੰ ਪਤਾ ਹੋਊਗਾ ਕਿ ਇੱਥੇ ਅਸੀਂ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਜੀ, ਉਹਦੇ ਤਹਿਤ 51 ਲੱਖ ਪਰਿਵਾਰ ਨੂੰ ਕਵਰ ਕੀਤਾ ਸੀ। 51 ਲੱਖ ਪਰਿਵਾਰ ਨੂੰ 5 ਲੱਖ ਰੁਪਈਆ ਸਾਲਾਨਾ ਅਸੀਂ ਇੰਸ਼ੋਰੈਂਸ ਕਵਰ ਦਿੱਤਾ ਸੀਗਾ। ਔਰ ਉਹਦਾ ਲੋਕਾਂ ਨੇ ਫਾਇਦਾ ਉਠਾਇਆ। ਮੇਰੇ ਆਪਣੇ ਹਲਕੇ ਦਾ ਪਤਾ ਹੈ, ਲੋਕਾਂ ਨੇ ਗੋਡਿਆਂ ਦੇ ਆਪਰੇਸ਼ਨ ਕਰਾਏ, ਲੋਕਾਂ ਨੇ ਚੂਲਿਆਂ ਦੇ ਆਪਰੇਸ਼ਨ ਕਰਾਏ, ਲੋਕਾਂ ਨੇ ਦਿਲ ਦੇ ਵਿੱਚ ਸਟੰਟ ਪਵਾਏ। ਐਕਸੀਡੈਂਟ ਹੋ ਗਿਆ ਕਿ ਸਾਡੇ ਬਹੁਤ ਸਾਰਾ ਗਰੀਬ ਪਰਿਵਾਰ ਸੀ, ਸਾਂਸੀ ਪਰਿਵਾਰ ਸੀ, 500 ਰੁਪਈਆ ਲੋਕਾਂ ਦੇ ਘਰਾਂ ਵਿੱਚ ਜਾ ਕੇ ਮੰਗਦੇ ਸੀ, ਉਹਦਾ 3 ਲੱਖ ਰੁਪਈਆ ਲੱਗਿਆ, ਉਹਦਾ ਉਸੇ ਕਾਰਡ ਦੇ ਤਹਿਤ ਹੋ ਗਿਆ। ਅੱਜ ਉਹ ਸਾਰਾ ਕੁਝ ਬੰਦ ਕਰ ਦਿੱਤਾ ਹੈ। ਅਸੀਂ ਡਾਕਟਰਾਂ ਨੂੰ ਡਿਮੋਰਲਾਈਜ਼ ਕਰਤਾ ਹੈ। ਸੀਨੀਅਰ ਡਾਕਟਰ ਸਾਡੇ ਕੋਲ ਆਉਣ ਨੂੰ ਤਿਆਰ ਨਹੀਂ, ਕਿਉਂਕਿ PG ਕਰਨੀ ਅੱਜ ਕੱਲ੍ਹ ਬਹੁਤ ਮੁਸ਼ਕਿਲ ਹੈ। ਫਿਰ ਸੁਪਰ ਸਪੈਸ਼ਲਿਸਟ ਬਣਨਾ ਉਦੋਂ ਉਸ ਕੀ ਬੰਦ ਹੋ ਗਈ ਪੰਜਾਬ 'ਚ। ਇਹਨਾਂ ਨੂੰ ਤੇ ਮਹੱਲਾ ਕਲੀਨਿਕਾਂ ਪਤਾ ਨਹੀਂ ਕਿੱਥੋਂ ਵੇਖ ਕੇ ਸਾਨੂੰ ਕਹਿੰਦੇ ਹੁੰਦੇ ਸੀਗੇ, ਕਹਿੰਦੇ ਤੁਸੀਂ ਡੱਬਾ ਰੰਗ ਦਾ ਮਾਰ ਕੇ ਤੇ ਸਕੂਲ ਸਮਾਰਟ ਸਕੂਲ ਬਣਾ ਦਿੰਦੇ ਆ। ਇਹ ਸੇਵਾ ਕੇਂਦਰਾਂ ਨੂੰ ਡੱਬਾ ਮਾਰ ਕੇ ਤੇ ਮਹੱਲਾ ਕਲੀਨਿਕ ਬਣਾਈ ਜਾਂਦੇ। ਮਹੱਲਾ ਕਲੀਨਿਕ ਕੀ ਹੈ? ਜਿਸ ਮਹੱਲਾ ਕਲੀਨਿਕ ਦੇ ਵਿੱਚ ਕੋਈ ਸਪੈਸ਼ਲ ਡਾਕਟਰ, ਅੱਜ ਕੱਲ੍ਹ ਕੋਈ ਵੀ ਮਰੀਜ਼ ਜਦੋਂ ਕੋਈ ਜਾਂਦਾ ਉਹ ਵੇਖਦਾ ਇਹ MD ਹੈ। ਕਾਹਦਾ MD ਹੈ? ਇਹ ਡਰਮਾਟੋਲੋਜਿਸਟ ਆ, ਇਹ MD ਕੋਈ ਸਰਜਨ ਆ, MD ਜਰਨਲ ਮੈਡੀਸਿਨ ਕਾਹਦਾ ਹੈਗਾ MD? ਲੋਕ ਇਹ ਕਹਿੰਦੇ ਨੇ ਮਹੱਲਾ ਕਲੀਨਿਕ ਕੌਣ ਜਾਊ? ਇਹੋ ਜਿਹੇ ਤੋਂ ਝੋਲਾ ਛਾਪ ਡਾਕਟਰ ਸਾਡੇ ਪੰਜਾਬ 'ਚ ਬਹੁਤ ਬੈਠੇ ਆ। ਭਾਜੀ ਸਾਡੇ ਪੰਜਾਬ ਦੇ ਲੋਕਾਂ ਦਾ ਬਚਾਅ ਇਸੇ ਗੱਲ ਦਾ ਹੈ ਕਿ ਹਰ ਪਿੰਡ ਦੇ ਵਿੱਚ 5-5 7-7 ਉਹ ਜਿਹੜੇ ਲੋਕਲ ਡਾਕਟਰਸ ਨੇ ਉਹ ਲੋਕਾਂ ਨੂੰ ਲੋਕ ਆਫਟਰ ਕਰਦੇ ਨੇ। ਉੱਥੇ ਲੋਕਾਂ ਨੂੰ ਸਸਤੀ ਦਵਾਈ ਮਿਲਦੀ ਹੈ, ਉਹ ਗਲੂਕੋਜ਼ ਵੀ ਲਾ ਦਿੰਦੇ, ਸਭ ਕੁਝ ਲਾ ਦਿੰਦੇ ਆ। ਇਹ ਸਿਰਫ ਤੇ ਸਿਰਫ ਫਲॉप ਸ਼ੋ ਹੈ। ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣਾ ਚਾਹੁੰਦੇ, ਕੱਖ ਨਹੀਂ ਹੈਗਾ। ਇਹ ਦਿੱਲੀ ਨੂੰ ਰੈਪਲੀਕੇਟ ਕਰਨਾ ਚਾਹੁੰਦੇ ਆ। ਔਰ ਦਿੱਲੀ ਦੀ ਐਕਸਾਈਜ਼ ਪਾਲਿਸੀ ਫੇਲ ਹੋ ਗਈ। ਅੱਜ ਦਿੱਲੀ ਦੀ ਐਕਸਾਈਜ਼ ਪਾਲਿਸੀ ਵਾਪਸ ਲੈਣੀ ਪਈ ਹੈ। ਉਹ ਪੰਜਾਬ ਦੇ ਵਿੱਚ ਵੀ ਲਾਗੂ ਕੀਤੀ ਹੈ। ਸਾਡੇ ਪੰਜਾਬ ਦੇ ਵਿੱਚ ਇੰਡੈਕਸ ਗ੍ਰੇਡਿੰਗ ਦੇ ਵਿੱਚ ਸਾਡੇ ਸਕੂਲ ਪਹਿਲੇ ਨੰਬਰ ਤੇ ਆਉਂਦੇ ਆ। ਸਾਡੇ ਜਿਹੜਾ ਨੈਸ਼ਨਲ ਸਰਵੇ ਉਹ 'ਚ ਪਹਿਲੇ ਨੰਬਰ ਤੇ ਆਉਂਦੇ ਆ। ਇਹ ਕਹਿੰਦੇ ਨਹੀਂ ਅਸੀਂ ਮੰਨਦੇ ਹੀ ਨਹੀਂਗੇ। ਯਾਰ ਸਾਡਾ ਪੰਜਾਬ ਇਹ ਲਿਆ ਕੇ ਦਿਖਾਉਣ, ਇਹ ਦਿੱਲੀ ਨੂੰ ਲਿਆ ਕੇ ਦਿਖਾਉਣ। ਇਹਨਾਂ ਨੇ ਦਿੱਲੀ ਸਾਰਾ ਜ਼ੋਰ ਲਾਇਆ, ਦਿੱਲੀ ਕਿਉਂ ਨਹੀਂ ਪਹਿਲੇ ਨੰਬਰ ਤੇ ਆਇਆ? ਜੇ ਪੰਜਾਬ ਸਾਡੇ 5 ਸਾਲ ਦੀ ਮਿਹਨਤ ਕਰਕੇ ਜੀ ਪਹਿਲੇ ਨੰਬਰ ਤੇ ਆਇਆ ਹੈ, ਮੈਂ ਭੁੱਲਰ ਸਾਹਿਬ ਬੇਨਤੀ ਕਰਾਂ, ਇਹ ਗੱਲਾਂ ਕਾਗਜ਼ਾਂ 'ਚ ਨਹੀਂ ਗਈਆਂ। ਮੇਰੇ ਆਪਣੇ ਹਲਕੇ ਵਿੱਚ 157 ਸਕੂਲ ਹੈ, ਸਾਰੇ ਦੇ ਸਾਰੇ ਸਮਾਰਟ ਬਣ ਗਏ। ਸੈਂਕੜੇ ਟੀਚਰ ਭਰਤੀ ਕਰਕੇ ਅਸੀਂ ਉੱਥੇ ਲਾਤੇ ਔਰ ਸੈਂਕੜੇ ਕਮਰੇ ਬਣਾਤੇ। ਪਰ ਉਹ ਤਾਂ ਮੰਨਦੇ ਨਹੀਂ ਨਾ ਤੁਹਾਡੇ ਸਮਾਰਟ ਸਕੂਲਾਂ ਨੂੰ। ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ, ਜਿਹੜੇ ਇਹਨਾਂ ਦੇ ਐਜੂਕੇਸ਼ਨ ਮੰਤਰੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ, ਸਾਡੇ ਐਤਕੀ ਜ਼ਿਲ੍ਹੇ ਦੇ ਵਿੱਚ 823 ਟੀਚਰ ਗਏ ਆ ਨਵੇਂ ਐਲੀਮੈਂਟਰੀ ਦੇ। ਉਹ ਕਿਉਂ ਗਏ ਆ? ਅਸੀਂ ਆਪਣੀ ਸਰਕਾਰ ਵੇਲੇ 2021 ਦੇ ਵਿੱਚ ਇੱਕ ਕਾਨੂੰਨ ਬਣਾਇਆ ਸੀ ਕਿ ਪੋਸਟਿੰਗ ਆਫ ਟੀਚਰ ਇਨ ਡਿਸਐਡਵਾਂਟੇਜ ਏਰੀਆ। ਉਹ ਅਸੀਂ ਆਪਣੇ ਡਿਸਐਡਵਾਂਟੇਜ ਏਰੀਆ ਜਿਹੜੇ ਜਿੰਨੇ ਵੀ ਬਾਰਡਰ ਜ਼ਿਲ੍ਹੇ ਨੇ ਉਹਨਾਂ ਨੂੰ ਘੋਸ਼ਿਤ ਕਰਕੇ ਕਿਹਾ ਸੀਗਾ ਵੀ ਜਿਹੜੇ ਵੀ ਨਵੇਂ ਟੀਚਰ ਭਰਤੀ ਹੋਣਗੇ ਉਹਨਾਂ ਦਾ ਜਿਹੜਾ ਪ੍ਰੋਬੇਸ਼ਨ ਪੀਰੀਅਡ ਉੱਥੇ ਲਾਇਆ ਜਾਏਗਾ 3 ਸਾਲ। ਉਹਦੇ ਕਰਕੇ ਉਸ ਕਾਨੂੰਨ ਦੇ ਤਹਿਤ ਅੱਜ ਸਾਡੇ ਸਕੂਲ, ਅੱਜ ਖੇਮਕਰਨ ਦਾ ਸਕੂਲ, ਮਹਿਦੀਪੁਰ ਦਾ ਸਕੂਲ, ਰਾਜੋਕੇ ਦਾ ਸਕੂਲ, ਤੂਤ ਦਾ ਸਕੂਲ, ਭੰਗਾਲਾ ਭਰ ਕੇ ਸਾਰੇ ਟੀਚਰ ਚਲੇ ਗਏ। ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਹੈਗੀ। ਅਕਾਲੀ ਦਲ ਕਾਫੀ ਜ਼ੋਰ ਲਾ ਰਿਹਾ ਹੈਗਾ ਕਿ ਮੁੜ ਅਸੀਂ ਸੁਰਜੀਤ ਹੋਈਏ। ਸੁਖਬੀਰ ਸਿੰਘ ਬਾਦਲ ਬਹੁਤ ਕੋਸ਼ਿਸ਼ ਲੱਗੇ ਨੇ, ਬੰਦੀ ਸਿੰਘਾਂ ਦੀ ਰਾਏ ਨੂੰ ਲੈ ਕੇ ਬੜੀ ਕੋਸ਼ਿਸ਼ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਕੋਸ਼ਿਸ਼ ਕਰੀ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਖਰੀ ਕੋਸ਼ਿਸ਼ ਕਰ ਰਿਹਾ। ਤੁਸੀਂ ਅਕਾਲੀ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਹੈਗੇ, ਕੀ ਲੱਗਦਾ ਭਵਿੱਖ ਤੁਹਾਡਾ? ਭਵਿੱਖ ਤੇ ਜਾਖੜ ਸਾਹਿਬ ਨੇ ਦੱਸਦਾ, ਤੁਹਾਡੀਆਂ ਨਜ਼ਰ 'ਚ ਅਕਾਲੀ ਦਲ ਦਾ ਭਵਿੱਖ ਕੀ ਹੈ? ਦੇਖੋ ਜਾਖੜ ਸਾਹਿਬ ਕੋਈ ਜੋਤਸ਼ੀ ਨਹੀਂ ਗੇ ਕਿ ਉਹਨਾਂ ਨੇ ਭਵਿੱਖ ਦੱਸਦਾ ਹੈ। ਉਹਨਾਂ ਦੇ ਆਪਣੇ ਭਵਿੱਖ ਦਾ ਨਹੀਂ ਪਤਾ, ਆਪਣਾ ਭਵਿੱਖ ਉਹਨਾਂ ਨੇ ਖਰਾਬ ਕਰ ਲਿਆ। ਦੂਜੀ ਗੱਲ ਮੈਂ ਬੇਨਤੀ ਕਰਾਂ, ਅਕਾਲੀ ਦਲ ਦਾ ਜਿਹੜਾ ਹਾਲਾਤ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਨੇ ਐਕਸੈਪਟ ਨਹੀਂ ਕੀਤਾ, ਨਾ ਹੀ ਕਰਨਾ। ਔਰ ਕਿਉਂਕਿ ਇਹਨਾਂ ਦਾ ਜਿਹੜਾ ਰਵੱਈਆ ਹੈ ਨਾ, ਮੈਂ ਸੰਗਰੂਰ ਇਲੈਕਸ਼ਨ 'ਚ ਵੇਖਦਾ ਰਿਹਾ, ਗੱਲ ਬੰਦੀ ਸਿੰਘਾਂ ਦੀ ਕਰਨੀ ਤੇ ਗੱਲ ਹੱਸ ਕੇ ਕਰਨੀ। ਕਹਿੰਦੇ ਜਦੋਂ ਕਿਸੇ ਨੂੰ ਰੋਣ ਨਾ ਆਵੇ, ਰੋਣ ਵਰਗਾ ਮੂੰਹ ਬਣਾਉਣਾ ਚਾਹੀਦਾ।
ਉਹਨਾਂ ਦੇ ਮਨ 'ਚ ਕੋਈ ਹਮਦਰਦੀ ਥੋੜ੍ਹਾ ਹੈ। ਇਹ ਦੇ ਇੱਕ ਆਪਣੇ ਏਜੰਡੇ 'ਤੇ ਸੇਕ ਤੇ ਜਦੋਂ ਸਰਕਾਰ ਸੀ ਉਦੋਂ ਤਾਂ ਬੰਦੀ ਸਿੰਘਾਂ ਦਾ ਚੇਤਾ ਕਦੇ ਨਹੀਂ ਆਇਆ। ਔਰ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜਾ 2015 ਵਿੱਚ ਕਾਂਡ ਵਾਪਰਿਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਉਹ ਸਰਦਾਰ ਸੁਖਬੀਰ ਸਿੰਘ ਬਾਦਲ ਕਰਕੇ ਹੋਈ ਸੀ। ਮੈਂ ਇੱਕ ਵਾਰ ਬੇਨਤੀ ਕਰਾਂ, ਇਹਨਾਂ ਨਾਲ ਨਾ ਚਲੋ SGPC ਇਹਨਾਂ ਕੋਲੇ ਆ, ਇਹਨਾਂ ਨੇ ਪ੍ਰੋਗਰਾਮ ਬਣਾਇਆ ਸੀ ਕਿ ਹਰ ਮਹੀਨੇ ਦਰਬਾਰ ਸਾਹਿਬ ਉੱਥੇ ਇਹਨਾਂ ਦੇ ਨਾਂ ਦਾ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਸੀ। ਇੱਕ ਦਿਨ ਭੋਗ ਪਵਾ ਕੇ ਸੁਖਬੀਰ ਸਿੰਘ ਬਾਦਲ ਬਾਹਰ ਆਏ ਸੀ। ਇਨਫੋਰਮੇਸ਼ਨ ਦਫ਼ਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਹਿੰਦੇ ਕਿ ਦੇਖੋ ਕਿੱਡੀ ਵੱਡੀ ਗੱਲ ਆ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜਦੋਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਾਇਆ, ਕਹਿੰਦਾ ਕਿਸੇ ਅੰਮ੍ਰਿਤਧਾਰੀ ਸਿੱਖ ਨੇ ਰਖਾਇਆ, ਸਾਈਂ ਮੀਆਂ ਮੀਰ ਕੋ ਰਖਾਇਆ। ਜਿਸ ਬੰਦੇ ਨੂੰ, ਜਿਸ ਪ੍ਰਧਾਨ ਨੂੰ ਇਹ ਨਹੀਂ ਪਤਾ ਹੈ ਕਿ ਅੰਮ੍ਰਿਤਧਾਰੀ ਸਿੱਖਾਂ ਦੀ ਪ੍ਰਥਾ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਵਿੱਚ ਪਈ ਹੈ, ਉਹ ਬੰਦਾ ਕਿਵੇਂ ਪਾਰਟੀ ਨੂੰ ਲੀਡ ਕਰ ਸਕਦਾ ਹੈ? ਅੱਜ ਠੀਕ ਹੈ ਕਿ ਉਹਨਾਂ ਕੋਲ ਪੈਸੇ ਬਹੁਤ ਨੇ, ਜਾਇਦਾਦ ਬਹੁਤ ਆ, ਉਹਦੇ ਕਰਕੇ ਕੋਈ ਉਹਨਾਂ ਦਾ ਪੈਰਲਲ ਨਹੀਂਗਾ, ਪਰ ਲੋਕਾਂ ਦੇ ਦਿਮਾਗ ਦੇ ਵਿੱਚੋਂ ਨਿਕਲ ਚੁੱਕੇ ਆ। ਅੱਛਾ, ਇੱਕ ਹੋਰ ਅੱਜ ਗਵਰਨਮੈਂਟ ਆਫ ਇੰਡੀਆ ਨੇ ਵੱਡਾ ਫੈਸਲਾ, ਜਿਹੜੇ ਦਰਬਾਰ ਸਾਹਿਬ ਦੀ ਜਿਹੜੀਆਂ ਸਰਾਮ ਬਾਹਰ ਉਹ GST ਦੇ ਦਾਇਰੇ ਵਿੱਚ ਆ ਗਈਆਂ। ਤੁਹਾਨੂੰ ਲੱਗਦਾ ਪਹਿਲਾਂ ਲੰਗਰ ਤੇ GST ਲਾਤੀ, ਫਿਰ ਸੰਘਰਸ਼ ਕਰਨਾ ਪਿਆ, ਚਿੱਠੀਆਂ ਲਿਖਣੀਆਂ ਪਈਆਂ, ਹੁਣ ਜਿਹੜੀਆਂ ਬਾਹਰ ਸਰਾਵਾਂ ਉਹ GST ਦੇ ਘੇਰੇ 'ਚ ਆ ਗਈਆਂ। ਦੇਖੋ, ਜਦੋਂ ਅਸੀਂ ਸੱਤਾ ਦੇ ਵਿੱਚ ਸੀ ਉਦੋਂ ਇਸ਼ੂ ਆਇਆ ਸੀ, ਅਸੀਂ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਬਕਾਇਦਾ ਮਤਾ ਪਾਸ ਕਰਕੇ ਇਹਦੀ ਨਿਖੇਧੀ ਕੀਤੀ। ਇਹ ਕੋਈ ਛੋਟਾ ਇਸ਼ੂ ਨਹੀਂਗਾ। ਜਿਹੜੇ ਸਾਡੇ ਲੰਗਰਜ਼ ਨੇ ਉੱਥੇ ਹਜ਼ਾਰਾਂ ਨਹੀਂ ਲੱਖਾਂ ਲੋਕ ਆਣ ਕੇ ਮੁਫਤ ਪ੍ਰਸ਼ਾਦਾ ਛਕਦੇ ਨੇ। ਉਹ ਚੈਰੀਟੇਬਲ ਇੰਸਟੀਟਿਊਸ਼ਨ ਨੇ, ਲੋਕਾਂ ਦੀ ਸੇਵਾ ਕਰ, ਦਾਨ ਪੁੰਨ ਲੋਕ ਕਰਦੇ ਆ। ਉਹਨੂੰ GST ਦੇ ਘੇਰੇ ਵਿੱਚ ਲਿਆਉਣਾ ਅਤ ਨਿੰਦਣਯੋਗ ਕਾਰਵਾਈ ਆ। ਔਰ ਭਗਵੰਤ ਮਾਨ ਸਰਕਾਰ ਨੂੰ ਇਹਦੇ ਵਾਸਤੇ ਸਪੈਸ਼ਲ ਸੈਸ਼ਨ ਸੱਦਣਾ ਚਾਹੀਦਾ, ਸੱਦ ਕੇ ਇਹਦੀ ਕਰੜੀ ਨਿੰਦਾ ਕਰਨੀ ਚਾਹੀਦੀ ਹੈ, ਪ੍ਰੋਟੈਸਟ ਕਰਨਾ ਚਾਹੀਦਾ। ਮੇਰੇ ਖਿਆਲ ਦੇ ਵਿੱਚ ਮਾਨ ਸਾਹਿਬ ਨੂੰ ਤਾਂ ਹਾਲੇ ਇਸ ਗੱਲ ਦਾ ਚੇਤਾ ਹੀ ਨਹੀਂ ਆਇਆ। ਉਹ ਤਾਂ ਇਸ ਗੱਲ ਦੀ ਸੈਲੀਬ੍ਰੇਸ਼ਨ ਕਰ ਰਹੇ ਕਿ ਸਾਡੀ GST ਕਲੈਕਸ਼ਨ ਵੱਧ ਗਈ ਹੈ। ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਵੀ ਦੱਸੋ ਕਿ GST ਜਿਹੜੀ ਕੰਪਨਸੇਸ਼ਨ ਮਿਲਦੀ ਸੀ 5 ਸਾਲ, ਉਹ ਬੰਦ ਹੋ ਗਈ ਹੈ। 15,000 ਕਰੋੜ ਦਾ ਘਾਟਾ ਪੈ ਗਿਆ ਹੈ। ਇਹ ਕਹਿੰਦੇ ਸਾਡੀ ਆਪਣੀ ਉਹ ਵੱਧ ਗਈ ਹੈ, GST ਕਲੈਕਸ਼ਨ ਵੱਧ ਗਈ ਹੈ। ਇਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਕਿ ਜਿਹੜੇ ਬੇਸਿਕ ਮੁੱਦੇ ਨੇ ਉਹਨਾਂ ਬਾਰੇ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਔਰ ਜਿਸ ਤਰ੍ਹਾਂ ਕਾਂਗਰਸ ਪਾਰਟੀ ਦਾ ਸਵਾਲ ਇਹਨਾਂ ਦਾ ਮੰਨਣਾ ਹੈਗਾ ਕਿ BJP ਦਾ ਪੰਜਾਬ 'ਚ ਕੀ ਭਵਿੱਖ ਆ, ਉਹ ਪਹਿਲਾਂ ਜਾਖੜ ਸਾਹਿਬ ਦੱਸ ਦੇਣ ਕਿ 27 ਤੋਂ ਪਹਿਲਾਂ 24 ਆ। ਦੇਖਦੇ ਹਾਂ, ਸਮਾਂ ਬਹੁਤ ਬਲਵਾਨ ਹੁੰਦਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਚੰਡੀਗੜ੍ਹ।